ਕਰਨੀ ਕੀਰਤ ਹਰ ਕੀਰਤ ਕਰਮ। ਸੰਤ ਜਨਾਂ ਵਿਣ ਭਾਈਆਂ ਹਰ ਕਿਨਹ ਨ ਪਾਇਆ ਨਾਉ। ਵਿੱਚ ਹਉਮੈ ਕਰਮ ਕਮਾਉਂਦੇ ਜਿਉ ਬੇਸੁਆ ਪੁੱਤ ਨਨਾਉ। ਪਿਤਾ ਜਾਤ ਤਾਂ ਹੋਈਐ ਗੁਰ ਤੁਠਾ ਕਰੇ ਪਸਾਉ। ਵਡ ਭਾਗੀ ਗੁਰ ਪਾਇਆ ਹਰ ਅਹਨਸ ਲੱਗਾ ਭਾਉ। ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ। ਸ੍ਰੀ ਰਾਗ ਮਹਲਾ ਚੌਥਾ ਵਣਜਾਰਾ। ਗੁਰੂ ਘਰ ਦੇ ਗੁਰਮੁਖ ਸੰਤ ਜਨਾਂ ਸਿੱਖਾਂ ਭਾਈਆਂ ਸੁਨਹਿਰੀਏ ਸਿੰਘਾਂ ਬਿਨਾਂ ਹੋਰ ਕਿਸੇ ਨਿਗੁਰੇ ਨਿਗੁਸਾਏ ਨਰ ਨੂੰ ਨਾਮ ਦੀ ਗੁਰਮਤ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਘਰ ਦੀ ਗੁਰਮਤ ਮਰਿਆਦਾ ਅਨੁਸਾਰ ਜਿਨ੍ਹਾਂ ਨੇ ਇੱਕੈ ਅੰਮ੍ਰਿਤ ਦੇ ਬਾਟੇ ਸੁਨਹਿਰੇ ਧਰੇ ਬਾਟੇ ਵਿੱਚੋਂ ਖੰਡੇ ਦਾ ਅੰਮ੍ਰਿਤ ਛਕਿਆ ਹੈ, ਸੋ ਸੁਨਹਿਰੀਏ ਸਿੰਘ ਭਰਾ ਸੱਕੇ ਤੋਂ ਸੱਕੇ ਭਾਈ ਕਹਾਉਂਦੇ ਹਨ। ਗੁਰੂ ਘਰ ਦੇ ਗੁਰਮਤ ਬੋਲਿਆਂ ਵਿੱਚ ਤਿੰਨਾਂ ਅੰਮ੍ਰਿਤਧਾਰੀ ਸਿੰਘਾਂ ਭਰਾਵਾਂ ਸ੍ਰੇਸ਼ਟ ਸੰਤਾਂ ਵੀਰਾਂ ਗੁਰਮੁਖਾਂ ਨੂੰ ਹੀ ਗੁਰਮਤ ਨਾਮ ਦੀ ਦਾਤ ਦੀਖਿਆ ਮਿਲਦੀ ਹੈ, ਹੋਰ ਕਿਸੇ ਨੂੰ ਨਹੀਂ ਮਿਲਦੀ। ਤਿਸ ਦਾਤ ਪ੍ਰਾਪਤੀ ਬਿਨਾਂ ਸਭ ਨਿਗੁਰੇ ਨਿਗੁਸਾਏ ਹਨ। ਉਹਨਾਂ ਨੂੰ ਨਾਮ ਅਭਿਆਸ ਕਮਾਈ ਵਾਲੀ ਸੱਚੜੀ ਦਾਤ ਇਲਾਹੀ ਨਹੀਂ ਮਿਲਦੀ। ਉਹਨਾਂ ਦਾ ਗੁਰੂ ਪੀਰ ਗੁਸਾਈ ਖਸਮ ਕੋਈ ਨਹੀਂ ਹੁੰਦਾ। ਉਹ ਨਿਖਸਮੇ ਆਪਣੀ ਹਉਮੈ ਵਿੱਚ ਮੱਤੇ ਹੋਏ ਹੀ ਹੋਰ ਕਰਮ ਕਮਾਉਂਦੇ ਹਨ। ਜਿਹੜੇ ਮਨਮੁਖ ਨਿਗੁਰੇ ਮਾਨੁਖ ਆਪਣੀ ਹਉਮੈ ਦੇ ਗ੍ਰਸੇ ਹੋਏ ਹੀ ਆਪ ਹੁਦਰੇ ਕਰਮ ਕਮਾਉਂਦੇ ਹਨ, ਉਹ ਬੇਸਵਾ ਦੇ ਪੁੱਤ ਵਾਂਗੂ ਵਲਦੀਅਤ ਤੋਂ ਬੇਨਾਮੇ ਵਾਲਦ ਤੇ ਕੁਲ ਦੇ ਨਾਮ ਤੋਂ ਬਿਨਾਂ ਹੀ ਹੁੰਦੇ ਹਨ। ਪਿਤਾ ਦੀ ਕੁਲ ਦੇ ਤਦ ਹੋਈਦਾ ਹੈ ਜੇ ਗੁਰ ਤੁਠਾ ਆਪਣੀ ਨਦਰ ਮਿਹਰ ਕਰੇ। ਉਸ ਦੀ ਨਦਰ ਮਿਹਰ ਹੋਈ ਤੇ ਗੁਰੂ ਦਾ ਅੰਮ੍ਰਿਤ ਛਕੇ ਤੇ ਗੁਰੂ ਦਾ ਬਣੀਦਾ ਹੈ। ਸਾਰੇ ਅੰਮ੍ਰਿਤ ਧਾਰੀਆਂ ਭਰਾਵਾਂ ਦਾ ਇੱਕੋ ਗੁਰੂ ਅੰਮ੍ਰਿਤੇਸ਼ ਕਲਗੀਧਰ ਹੀ ਗੁਰ ਪਿਤਾ ਹੋ ਜਾਂਦਾ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਸੋਰਠ ਮਹੱਲਾ ਪੰਜਵਾਂ। ਇਉਂ ਅੰਮ੍ਰਿਤਧਾਰੀ ਅੰਮ੍ਰਿਤ ਬਾਟੇ ਦੇ ਸਾਂਝੀਵਾਲ ਹੋ ਕੇ ਇਹਨਾਂ ਵਡਭਾਗੀਆਂ ਨੇ ਗੁਰੂ ਧਾਰਨ ਕੀਤਾ ਹੈ ਅਤੇ ਸੱਚੇ ਸਤਿਗੁਰੂ ਨੂੰ ਪ੍ਰਤੱਖ ਸਾਖਸ਼ਾਰਤਾ ਅੰਦਰ ਪ੍ਰਾਪਤ ਕੀਤਾ ਹੈ। ਤਿਨਾਂ ਗੁਰਦੀਕਸ਼ਿਤ ਗੁਰਮੁਖਾਂ ਦਾ ਹੀ ਵਾਹਿਗੁਰੂ ਨਾਮ ਨਾਲ ਸੱਚੀ ਸ਼ਰਧਾ ਸਿਦਕ ਭਰੋਸੇ ਵਾਲਾ ਭਾਉ ਲੱਗਾ ਹੈ ਅਤੇ ਤਿਨਾਂ ਗੁਰਭਾਈਆਂ ਦਾ ਹੀ ਪਰਸਪਰੀ ਸੱਚਾ ਪ੍ਰੇਮ ਨਾਤਾ ਗੰਢਿਆ ਗਿਆ ਹੈ, ਜੋ ਤੋੜ ਤਾਈਂ ਨਿਭੇਗਾ, ਇੱਥੇ ਉੱਥੇ ਲੋਕ ਪਰਲੋਕ ਵਿਖੇ ਨਿਭੇਗਾ। ਤਿਨਾਂ ਅਹਨਸ ਨਾਮ ਜਪੀਸ਼ਨਾ ਸੁਰਤ ਸੁਰਤੀਸ਼ਨਾ ਜੋਤ ਜੋਤੀਸ਼ਨਾ ਗੁਰਮੁਖ ਜੁਗੀਸ਼ਨਾ ਗੁਰੂ ਨਾਨਕ ਦਸ਼ਮੇਸ਼ ਦੇ ਘਰ ਦੇ ਸਿੰਘ ਅੰਮ੍ਰਿਤੀਸ਼ਨਾ ਨੇ ਹੀ ਸੱਚੇ ਬ੍ਰਹਮ ਪਾਰ ਬ੍ਰਹਮ ਨੂੰ ਤਤ ਲਖਤਾ ਦੇ ਜੋਤ ਚਾਨਣੇ ਵਾਲੀ ਸੱਚੀ ਰੋਸ਼ਨੀ ਵਿੱਚ ਸਤ ਕਰਕੇ ਜਾਣਿਆ ਪਛਾਣਿਆ ਹੈ। ਉਹ ਫੇਰ ਸੱਚ ਦੀ ਇਸੇ ਆਤਮ ਰੰਗਾਂ ਵਾਲੀ ਵਿਵਸਥਾ ਨੂੰ ਪ੍ਰਾਪਤ ਹੋ ਕੇ ਪ੍ਰੇਮ ਵਿੱਚ ਹਰ ਕੀਰਤ ਕਰਮ ਕਮਾਉਂਦੇ ਹਨ। ਤਿਨਾਂ ਦਾ ਹਰ ਕੀਰਤਨ ਕਰਮ ਕਮਾਇਆ ਹੀ ਹਰ ਦਰਗਾਹ ਪ੍ਰਵਾਨ ਪੈਂਦਾ ਹੈ ਅਤੇ ਇਹੀ ਹਰ ਕੀਰਤਨ ਕਰਮ ਹੀ ਕਲਯੁਗ ਦਾ ਸੱਚਾ ਧਰਮ ਹੈ। ਸੁਣਨ ਹਾਰੇ ਕਲਯੁਗੀ ਜੀਵਾਂ ਦੇ ਉਦਾਹਰਨ ਨਿਸਤਾਰਨ ਲਈ ਸਹਾਈ ਹੈ। ਨਿਰੋਲ ਗੁਰਬਾਣੀ ਦਾ ਨਿਰਬਾਣ ਅਤੇ ਅਖੰਡ ਕੀਰਤਨ ਹੀ ਸੱਚਾ ਗੁਰਮਤ ਕੀਰਤ ਕਰਮ ਹੈ। ਇਹੀ ਸਿਫਤ ਸਲਾਹੀ ਹਰ ਜਸ ਹਰ ਗੁਣ ਗਾਹੀ ਇਲਾਹੀ ਕੀਰਤਨ ਕਰਮ ਹੈ, ਜੋ ਗੁਰੂ ਦੇ ਵਰੋਸਾਏ ਅਨੰਨ ਗੁਰਸਿੱਖ ਗਾਉਂਦੇ ਕਮਾਉਂਦੇ ਹਨ। ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦੁਆਰ। ਅਨ ਦਿਨ ਰੰਗ ਰਤਾ ਗੁਣ ਗਾਵੈ ਅੰਦਰ ਮਹਿਲ ਬੁਲਾਵਣਿਆ। ਸਤਿਗੁਰ ਦਾਤਾ ਮਿਲੈ ਮਿਲਾਇਆ ਪੂਰਾ ਭਾਗ ਮਨ ਸ਼ਬਦ ਵਸਾਇਆ। ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ। ਮਾਝ ਮਹਲਾ ਤੀਜਾ। ਵਿਆਖਿਆ। ਹਰ ਗੁਣ ਗਾਵਣੀ ਸਿਫਤ ਸਲਾਹੀ ਗੁਰਬਾਣੀ ਰੂਪੀ ਨਿਰਬਾਣ ਹਰੀ ਕੀਰਤ ਹੀ ਗੁਰਮੁਖਾਂ ਦੀ ਸ੍ਰੇਸ਼ਟ ਸਾਰ ਸਰਬੋਤਮ ਕਰਨੀ ਹੈ। ਇਸ ਸਾਰ ਹਰ ਕੀਰਤ ਕਰਨੀ ਦੁਆਰਾ ਗੁਰਮੁਖਾਂ ਨੂੰ ਮੋਖ ਦੁਆਰ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰਮੁਖ ਜਨ ਦਿਨ ਰਾਤ ਵਾਹਿਗੁਰੂ ਦੇ ਰੰਗਾਂ ਵਿੱਚ ਰੱਤਾ ਹੋਇਆ ਗੁਣ ਗਾਉਂਦਾ ਹੈ, ਗੁਰਬਾਣੀ ਰੂਪੀ ਹਰੀ ਜਸ ਦਾ ਕੀਰਤਨ ਕਰਦਾ ਹੈ, ਉਹ ਨਿਤਾ ਪ੍ਰਤੀ ਵਾਹਿਗੁਰੂ ਦੀ ਖਾਸ ਹਜ਼ੂਰੀ ਵਿੱਚ ਵਾਹਿਗੁਰੂ ਦੇ ਸੱਚਖੰਡੀ ਦਰਬਾਰ ਵਿੱਚ ਬੁਲਾਇਆ ਜਾਂਦਾ ਹੈ। ਇੱਥੇ ਇਸ ਲੋਕ ਵਿੱਚ ਰਹਿੰਦਾ ਹੋਇਆ ਹੀ ਅਤੇ ਪਰਲੋਕ ਪਧਾਰ ਕੇ ਵੀ ਉਸ ਦਾ ਵਾਸ ਖਾਸ ਦਰਬਾਰੀ ਮਹਿਲਾਂ ਅੰਦਰ ਹੋ ਜਾਂਦਾ ਹੈ। ਗੁਰਸਿੱਖਾਂ ਨੂੰ ਹਰ ਕੀਰਤ ਕਰਮ ਕਮਾਈਆਂ ਦੀ ਸਿਫਤ ਸਲਾਹੀਆਂ ਦੀ ਦਾਤ ਬਖਸ਼ਣਹਾਰਾ ਸਤਿਗੁਰੂ ਨਦਰ ਮਹਿਰਮਤੀ ਵਾਹਿਗੁਰੂ ਮਿਲਾਇਆ ਹੋਇਆ ਹੀ ਮਿਲਦਾ ਹੈ। ਜਿਨ੍ਹਾਂ ਗੁਰਸਿੱਖਾਂ ਦੇ ਪੂਰਨ ਭਾਗ ਉਦੇ ਹੁੰਦੇ ਹਨ, ਉਹਨਾਂ ਦੇ ਅੰਤਰ-ਆਤਮੇ ਸਤਿਗੁਰੂ ਗੁਰ ਸ਼ਬਦ ਵਸਾ ਦਿੰਦਾ ਹੈ। ਪੰਜਾਂ ਪਿਆਰਿਆਂ ਦੇ ਜੋਤ ਜਾਮੀਏ ਸਰੂਪ ਵਿੱਚ ਨਾਮ ਗੁਰਮੰਤਰ ਗੁਰਸਿੱਖਾਂ ਅੰਮ੍ਰਿਤ ਧਾਰੀਆਂ ਨੂੰ ਦ੍ਰਿੜਾਏ ਦਿੰਦਾ ਹੈ। ਜਿਨ੍ਹਾਂ ਗੁਰਸਿੱਖਾਂ ਗੁਰਮੁਖਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਸੱਚੇ ਨਾਮ ਦੀ ਸੱਚੀ ਮਹਿਮਾ ਮਈ ਵਡਿਆਈ ਮਿਲਦੀ ਹੈ, ਉਹਨਾਂ ਨੂੰ ਅੰਦਰੋਂ ਉਛਾਲੇ ਉੱਠਦੇ ਹਨ, ਆਪ ਹੀ ਉਮਾਹੇ ਉੱਠਦੇ ਹਨ ਕੀਰਤਨ ਕਰਨ ਦੇ।
ਤਿਨਾ ਨਾਮ ਜੋਤ ਵਿਗਾਸੀਆਂ ਗੁਰਮੁਖਾਂ ਦਾ ਵਾਹਿਗੁਰੂ ਸੱਚੇ ਦੇ ਗੁਣ ਗਾਵਣਾ ਹੀ ਕੀਰਤਨ ਸੱਚੇ ਦੀ ਦਰਗਾਹੇ ਪ੍ਰਵਾਨ ਪੈਂਦਾ ਹੈ। ਅਤੇ ਇੱਥੇ ਇਸ ਲੋਕ ਦੀਆਂ ਸੰਗਤਾਂ ਦੀ ਜੈ ਜੈਕਾਰੀ ਅਸੀਸ ਲੈਂਦਾ ਹੈ। ਜਿਸ ਕੈ ਅੰਤਰ ਸਾਚ ਵਸਾਵੈ ਜੋਗ ਜੁਗਤ ਕੀ ਕੀਮਤ ਪਾਵੈ ਰਵ ਸਸ ਏਕੋ ਗ੍ਰਹਿ ਉਦਿਆਨੈ ਕਰਨੀ ਕੀਰਤ ਕਰਮ ਸਮਾਨੈ। ਗੌੜੀ ਮਹੱਲਾ ਪਹਿਲਾ। ਭਾਵ ਭਾਵਨੀ ਵਿਆਖਿਆ। ਸਤਿਗੁਰੂ ਦਇਆਲ ਸੱਚਾ ਪਾਤਸ਼ਾਹ ਜਿਸ ਵਡਭਾਗੇ ਗੁਰਮੁਖ ਜਨ ਦੇ ਅੰਤਰਾਤਮੇ ਸੱਚੇ ਵਾਹਿਗੁਰੂ ਨੂੰ ਵਾਹਿਗੁਰੂ ਰੂਪੀ ਸੱਚੇ ਨਾਮ ਨੂੰ ਵਸਾ ਦਿੰਦਾ ਹੈ, ਉਸ ਨੂੰ ਸੱਚੇ ਜੋਗ ਦੀ ਸੱਚੀ ਜੁਗਤੀ ਦੀ ਕਦਰ ਕੀਮਤ ਦਾ ਪਤਾ ਲੱਗਦਾ ਹੈ। ਉਹ ਘਰ ਬੈਠੇ ਹੀ ਗ੍ਰਸਤ ਉਦਾਸ ਜੋਗੀ ਜਾਗ ਸੁਜਾਗੇ ਬਣ ਜਾਂਦੇ ਹਨ। ਉਹਨਾਂ ਦੇ ਭਾ ਦੀ ਸੂਰਜ ਚੰਦ ਸੂਰਜ ਦੀ ਤਪਸ਼ ਤੇ ਚੰਦਰਮਾ ਦੀ ਸੀਤਲਤਾ ਸਮਸਰ ਹੀ ਹੋ ਜਾਂਦੀ ਹੈ ਅਤੇ ਗ੍ਰਹਿ ਤੇ ਬਨ ਜੰਗਲ ਉਦਿਆਨ ਵੀ ਇੱਕ ਸਮਾਨ ਹੀ ਹੋ ਜਾਂਦਾ ਹੈ ਅਤੇ ਕੀਰਤ ਰੂਪੀ ਕਰਨੀ ਉਸ ਦਾ ਨਿਤ ਦਾ ਕਰਮ ਪ੍ਰਧਾਨ ਕਰਮ ਅਭਿਆਸ ਹੋ ਜਾਂਦਾ ਹੈ। ਕਰਨੀ ਕਾਰ ਧੁਰੋਂ ਫੁਰਮਾਈ ਬਿਨ ਸ਼ਬਦੈ ਕੋ ਥਾਏ ਨਾ ਪਾਈ ਕਰਨੀ ਕੀਰਤ ਨਾਮ ਵਸਾਈ ਆਪੇ ਦੇਵੈ ਢਿਲ ਨਾ ਪਾਈ। ਆਸਾ ਮਹੱਲਾ ਤੀਜਾ। ਗੁਰੂ ਦ੍ਰਿੜਾਈ ਸਿਫਤ ਸਲਾਹ ਹੀ ਸੱਚੀ ਕਾਰ ਹੈ ਗੁਰ ਦੀਖਿਅਤ ਨਾਮ ਅਭਿਆਸ ਕਮਾਈ ਹੀ ਕਰਨ ਯੋਗ ਸੱਚੀ ਕਾਰ ਹੈ। ਇਹ ਕਾਰ ਕਰਨੀ ਧੁਰੋਂ ਫੁਰਮਾਈ ਕਾਰ ਕਰਨੀ ਹੈ। ਧੁਰੋਂ ਦਰਗਾਹੋਂ ਇਸ ਦੀ ਦਰਬਾਰੋਂ ਗੁਰੂ ਸਾਹਿਬਾਨ ਨੂੰ ਇਸੇ ਸਿਫਤ ਸਲਾਹ ਰੂਪੀ ਨਾਮ ਅਭਿਆਸ ਕਾਰ ਕਰਨੀ ਨੂੰ ਮਾਤ ਲੋਕ ਵਿੱਚ ਨਵਾਂ ਖੰਡਾਂ ਬ੍ਰਹਮੰਡਾਂ ਵਿੱਚ ਵਿਥਾਰਨ ਦਾ ਫੁਰਮਾਨ ਹੋਇਆ। ਇਹੀ ਧੁਰ ਦੀ ਫੁਰਮਾਈ ਕਾਰ ਕਰਨੀ ਹੀ ਕਲਯੁਗ ਅੰਦਰ ਫਲੀਭੂਤ ਹੁੰਦੀ ਹੈ। ਦੂਜਾ ਹੋਰ ਕੋਈ ਕਰਮ ਕੀਤਾ ਲੇਖੇ ਨਹੀਂ ਪੈਂਦਾ। ਨਾ ਹੀ ਗੁਰਮਤਿ ਨਾਮ ਦੀ ਸੱਚੀ ਕਮਾਈ ਕੀਤੇ ਬਿਨਾਂ ਹੋਰ ਕਰਮਾਂ ਦੀ ਕਮਾਈ ਕਰਨ ਹਾਰਾ ਕੋਈ ਪੁਰਸ਼ ਥਾਂ ਪੈਂਦਾ ਹੈ, ਦਰਗਾਹ ਅੰਦਰ ਮਕਬੂਲ ਹੁੰਦਾ ਹੈ। ਗੁਰ ਸ਼ਬਦ ਬਿਨਾਂ ਗੁਰੂ ਦੁਆਰਾ ਦ੍ਰਿੜ ਹੋਏ ਦੀਖਿਅਤ ਸ਼ਬਦ ਗੁਰ ਮੰਤਰ ਬਿਨਾਂ ਕਿਸ ਨੂੰ ਹਰ ਦਰਗਾਹ ਅੰਦਰ ਥਾਂ ਮਿਲਦੀ ਹੈ। ਅਤੇ ਹਰ ਕੀਰਤ ਰੂਪੀ ਜਿਹੜੀ ਕਰਨੀ ਹੈ ਇਹ ਇੱਕ ਬਿਸਮ ਕਰਾਮਾਤੀ ਕਰਨੀ ਹੈ, ਕਿਉਂਕਿ ਇਹ ਕੀਰਤ ਕਰਨੀ ਨਾਮ ਨੂੰ ਹੋਰ ਦ੍ਰਿੜਾਉਂਦੀ ਹੈ ਅਤੇ ਵਧੇਰੇ ਮਨ ਅੰਦਰ ਵਸਾਉਂਦੀ ਸਧਰਾਉਂਦੀ ਹੈ। ਜਿਸ ਕਿਸੇ ਨੂੰ ਇਹ ਕੀਰਤ ਕਰਨੀ ਰੂਪੀ ਸਿਫਤ ਸਲਾਹ ਬਖਸ਼ਣ ਹਾਰ ਦਾਤਾਰ ਗੁਰੂ ਕਰਤਾਰ ਬਖਸ਼ਦਾ ਹੈ, ਉਸ ਦੇ ਉੱਪਰ ਇਸ ਬਖਸ਼ਿਸ਼ ਵਰਨ ਦੀ ਫੇਰ ਢਿੱਲ ਨਹੀਂ। ਬਖਸ਼ਣ ਤੇ ਆਇਆ ਬਖਸ਼ਣ ਹਾਰ ਤੁੱਠਾ ਵਾਹਿਗੁਰੂ ਇੱਕ ਰੱਤੀ ਭਰ ਢਿੱਲ ਨਹੀਂ ਲਾਉਂਦਾ। ਤੁੱਠਣ ਲੱਗਿਆਂ ਤਿਲ ਮਾਤਰ ਵਿੱਚ ਟੁੱਟ ਪੈਂਦਾ ਹੈ, ਵਰਸਣ ਵਰਨ ਲੱਗਿਆਂ ਛਮਾ ਛਮ ਵਰਸਣ ਲੱਗ ਪੈਂਦਾ ਹੈ। ਜਿਸ ਉੱਪਰ ਉਹ ਟੁੱਟ ਕੇ ਦਇਆਲ ਹੋਵੇ ਉਸ ਨੂੰ ਇਸ ਕੀਰਤਨ ਕਰਨੀ ਦਾ ਕਮਾਲ ਰੱਜ ਰੱਜ ਕੇ ਦੇਂਦਾ ਹੈ। ਉਹ ਅਜ਼ਗੈਬੀਆ ਕਸਬ ਕਮਾਲੀ ਕੀਰਤ ਕਰਨੀ ਫੈਜ਼ ਜਲਵਾਲੀ ਕੀਰਤਨ ਕਾਰ ਜਮਾਲੀ ਜਨ ਕੀਰਤਨ ਕਰਦਾ ਹੋਇਆ ਫੇਰ ਕਦੇ ਥੱਕਦਾ ਨਹੀਂ, ਕਦੇ ਅਕਦਾ ਨਹੀਂ। ਕੀਰਤਨਕਾਰ ਕਮਾਉਣਾ ਉਸ ਦਾ ਕੁਦਰਤੀ ਆਹਾਰ ਹੋ ਜਾਂਦਾ ਹੈ। ਇਸ ਧੁਰੋਂ ਆਈ ਧੁਰੋਂ ਫਰਮਾਈ ਕੀਰਤਨ ਕਰਨੀ ਦੀ ਕਾਰ ਨੂੰ ਕਮਾ ਕੇ ਉਸ ਦਾ ਆਪਾ ਅਭਾਵ ਹੋ ਜਾਂਦਾ ਹੈ। ਮਨ ਮਰ ਜਾਂਦਾ ਹੈ, ਮਨ ਵਸ ਵਿੱਚ ਆ ਜਾਂਦਾ ਹੈ, ਕਿਸੇ ਪਾਸੇ ਨਹੀਂ ਧਾਉਂਦਾ। ਕਰਨੀ ਕਾਰ ਧੁਰੋਂ ਫਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ। ਧਨਾਸਰੀ ਮਹੱਲਾ ਪਹਿਲਾ। ਬਸ ਨਾਮ ਦੀ ਕਾਰ ਹੀ ਹੈ, ਨਾਮ ਮਹਾਰਸ ਮੀਠੇ ਦੀ ਕਾਰ ਹੀ ਹੈ ਜੋ ਧੁਰੋਂ ਫਰਮਾਈ ਹੋਈ ਹੈ ਗੁਰਸਿੱਖਾਂ ਦੇ ਕਰਨ ਲਈ। ਗੁਰਸਿੱਖਾਂ ਦੇ ਕਰਨ ਗੋਚਰੀ ਇਹੀ ਸੱਚੀ ਸੁੱਚੀ ਕਾਰ ਨਾਮ ਮਹਾਰਸ ਮੀਠ ਦੇ ਜਪਣ ਵਾਲੀ ਹੈ। ਜਿਸ ਦੇ ਜਪਿਆਂ ਜਿਸ ਨਾਮ ਕਰਨੀ ਕਾਰ ਦੇ ਕਰਮਿਆਂ ਇਹਨਾਂ ਹੋਰ ਕਾਰਾਂ ਬਿਹਾਰਾਂ ਦੀ ਹੋਰ ਪਦਾਰਥ ਇਕੱਠੇ ਕਰਨ ਲਈ ਕਾਰ ਕਰਨ ਦੀ ਇੱਛਾ ਸਭ ਮਿਟ ਜਾਂਦੀ ਹੈ। ਨਾਮ ਪਦਾਰਥ ਮੀਠੇ ਦੀ ਬਦੌਲਤ ਮਿਟਦੀ ਹੈ। ਕਰਨੀ ਕੀਰਤ ਦੁਆਰਾ ਇਹ ਨਾਮ ਮਹਾ ਅੰਮ੍ਰਿਤ ਰਸ ਮੀਠਾ ਹੋ ਜਾਂਦਾ ਹੈ, ਸਾਰੀਆਂ ਤ੍ਰਿਸ਼ਨਾਵਾਂ ਤ੍ਰਿਖਾਵਾਂ ਨਿਵਾਰ ਦਿੰਦਾ ਹੈ। ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਆਸਾ ਦੀ ਵਾਰ। ਅੱਗੇ ਜਾ ਕੇ ਸੱਚਾ ਲੇਖਾ ਹੁੰਦਾ ਹੈ ਅਤੇ ਇਹ ਕਰਨੀ ਕੀਰਤ ਹੀ ਥਾਂ ਪੈਂਦੀ ਹੈ। ਕਰਨੀ ਕੀਰਤ ਦੇ ਲੇਖੇ ਹੀ ਛੁਟਕਾਰਾ ਹੁੰਦਾ ਹੈ। ਹੋਰ ਕਰਮ ਕਿਸੇ ਲੇਖੇ ਨਹੀਂ ਪੈਂਦੇ, ਕਰਨੀ ਕੀਰਤ ਹੀ ਪ੍ਰਵਾਨ ਪੈਂਦੀ ਹੈ। ਹਰ ਕੀਰਤਨ ਰੂਪੀ ਕਮਾਇਆ ਕਰਮ ਹੀ ਅੱਗੇ ਜਾ ਕੇ ਕੰਮ ਆਉਂਦਾ ਹੈ। ਹੋਰ ਸਭ ਕਰਮ ਕੀਤੇ ਬਿਰਥੇ ਜਾਂਦੇ ਹਨ। ਇਹਨਾਂ ਦੇ ਕੀਤਿਆਂ ਜਮਾਂ ਤੋਂ ਅਤੇ ਜਮ ਰਾਜ ਤੋਂ ਛੁਟਕਾਰਾ ਨਹੀਂ ਹੁੰਦਾ। ਦਹਿ ਦਿਸ ਜਾਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ। ਸਾਰੰਗ ਮਹੱਲਾ ਪੰਜਵਾਂ।
ਗੁਰਮਤ ਅੰਦਰ ਹਰ ਕੀਰਤਨ ਰੂਪੀ ਕਰਮ ਸਭ ਕਰਮਾਂ ਤੋਂ ਅਫਜ਼ਲ ਹੈ, ਸਾਰੇ ਆਨਮਤ ਕਰਮਾਂ ਤੋਂ ਫਜ਼ੀਲਤ ਰੱਖਦਾ ਹੈ। ਜਿਹੜੇ ਤਿਸ ਹਰ ਕੀਰਤ ਰੂਪੀ ਕਰਮ ਦੇ ਕਰਮਸੀਏ ਅਤੇ ਪੂਰੇ ਰਸੀਏ ਹੋ ਗਏ ਹਨ, ਉਹਨਾਂ ਤੋਂ ਇਹ ਕਰਮ ਛੱਡ ਹੀ ਨਹੀਂ ਹੁੰਦਾ। ਚਾਹੇ ਕਿਤੇ ਜਾਈਏ, ਤਿੱਥੇ ਹੀ ਵਾਹਿਗੁਰੂ ਪਰਿਪੂਰਨ ਸਭਨੀ ਥਾਈਂ ਮੌਜੂਦ ਹੈ। ਤਿੱਥੇ ਹੀ ਉਸ ਦੀ ਸਿਫਤ ਸਲਾਹ ਦੀ ਕਰਨੀ ਕਮਾਈ ਜਾ ਸਕਦੀ ਹੈ। ਕੀਰਤ ਕਰਨੀ ਸਭ ਥਾਈਂ ਹੀ ਕੀਤੀ ਜਾ ਸਕਦੀ ਹੈ। ਉਸ ਦਾ ਨਾਮ ਵੀ ਸਭ ਥਾਈਂ ਲਿਆ ਜਾ ਸਕਦਾ ਹੈ। ਸਿਵਾਏ ਸਿਫਤ ਸਲਾਹ ਦੇ ਹੋਰ ਕੋਈ ਕਰਮ ਨਹੀਂ ਜੋ ਸਭਨੀ ਥਾਈਂ ਕੀਤਾ ਕਮਾਇਆ ਜਾ ਸਕੇ। ਕੀਰਤ ਕਰਨੀ ਜੇਲ੍ਹਾਂ ਵਿੱਚ ਵੀ ਖੂਬ ਨਿਭਦੀ ਹੈ। ਅਸਾਂ ਖੁਦ ਨਿਭਾਈ ਹੈ, ਪਰ ਗੁਰੂ ਦੀ ਕਿਰਪਾ ਦੁਆਰਾ ਨਿਭਾਈ ਹੈ। ਵਾਹਿਗੁਰੂ ਨੇ ਉੱਥੇ ਬੰਦੀਆਂ ਅੰਦਰ ਵੀ ਸਾਡਾ ਸਾਥ ਨਹੀਂ ਛੱਡਿਆ ਅਤੇ ਅਸੀਂ ਉਸ ਦੀ ਸਿਫਤ ਸਲਾਹ ਕਰਨੀ ਕੀਰਤ ਦੇ ਆਸਰੇ ਹੀ ਸੁਰਜੀਤ ਰਹੇ ਹਾਂ। ਸੁਪ੍ਰਸੰਨਤਾ ਸਹਿਤ ਸਾਰੀ ਉਮਰ ਕੈਦ ਨਿਭਾਈ ਹੈ, ਕੇਵਲ ਕਰਨੀ ਕੀਰਤ ਦੇ ਆਸਰੇ। ਕਿਉਂਕਿ ਜਿਸ ਦੀ ਕੀਰਤ ਕਰਨੀ ਸਾਡਾ ਕਰਮ ਹੋ ਚੁੱਕਿਆ ਸੀ, ਉਹ ਉੱਥੇ ਜੇਲ੍ਹ ਦੀ ਚਾਰ ਦੀਵਾਰੀ ਵਿੱਚ ਸਨਮੁਖ ਮੌਜੂਦ ਕੇਲ ਕਰਨ ਦਾ ਦਿਸਦਾ ਸੀ। ਸਗੋਂ ਜਿਹੜੇ ਜਜ਼ਬੇ ਨਾਲ ਜੇਲ੍ਹਾਂ ਵਿੱਚ ਸਿਫਤ ਸਲਾਹੀ ਕਰਨੀ ਕਮਾਲ ਦੀ ਨਿਭੀ, ਉਹ ਬਾਹਰ ਰਹਿੰਦਿਆਂ ਨਹੀਂ ਨਿਭੀ। ਸਭੇ ਆਸਰੇ ਚੁੱਕ ਗਏ, ਸਭੇ ਢੋਈਆਂ ਮੁੱਕ ਗਈਆਂ, ਪਰ ਇੱਕ ਸੱਚੇ ਨਾਮ ਦਾ ਸਿਫਤ ਸਲਾਹੀ ਸੱਚਾ ਢੋਆ ਨਾਲ ਨਿਭਿਆ। ਨਿਭਾਉਣ ਹਾਰੇ ਨੇ ਨਿਭਾਇਆ, ਜੋ ਉੱਜਲ ਮੁਖ ਕਰਕੇ ਬਾਹਰ ਲੈ ਆਏ। ਦਹਿ ਦਿਸ ਜਾਉ ਤਹਾਂ ਤੂੰ ਸੰਗੇ, ਤੇਰੀ ਕੀਰਤ ਕਰਮ ਕਮਾਉ ਦੇ ਗੁਰਵਾਕ ਦੀ ਖੂਬ ਪੈਰਵੀ ਹੋਈ। ਆਪ ਪੈਰਵੀ ਕਰਾਈ, ਆਪੇ ਤਾਮੀਲ ਹੋਈ, ਹੋਏ ਆਈ। ਇਹ ਉਹ ਇੱਕ ਸੁਨਹਿਰੀ ਸਮਾਂ ਹੀ ਸੀ ਜੋ ਕਰਨੀ ਕੀਰਤ ਦੇ ਆਸਰੇ ਸੁਰਗ ਸਮਾਨ ਬਿਹਾਇਆ ਅਤੇ ਸੁਰਗੋਂ ਵੱਧ ਨਦਰੀ ਆਇਆ। ਜੋਗ ਬਿਨੋਦ ਸੁਆਦ ਆਨੰਦਾ, ਮਤ ਸਤ ਭਾਏ ਭਗਤ ਗੋਬਿੰਦਾ। ਕੀਰਤ ਕਰਮ ਕਾਰ ਨਿਜ ਸੰਦਾ, ਅੰਤਰ ਰਵਤੋ ਰਾਜ ਰਵਿੰਦਾ। ਪ੍ਰਭਾਤੀ ਮਹੱਲਾ ਪਹਿਲਾ। ਤਤ ਭਾਵ ਗੁਰਮਤਿ ਸਤ ਕਰ ਗੋਬਿੰਦ ਭਾਏ ਭਗਤ ਦੁਆਰਾ ਵਾਹਿਗੁਰੂ ਦੀ ਭਾਉ ਭਗਤੀ ਕਰਨ ਨਾਲ ਗੁਰਮਤਿ ਆਦਰਸ਼ਨੀ ਸੱਚੀ ਭਾਏ ਭਗਤੀ ਵਾਹਿਗੁਰੂ ਦੀ ਕਰਨ ਕਰ ਸੱਚਾ ਯੋਗ ਸੁਤੇ ਸਹਿਜ ਹੀ ਪ੍ਰਾਪਤ ਹੋ ਗਿਆ ਹੈ ਅਤੇ ਸੱਚੜੇ ਆਨੰਦ ਬਿਨੋਦ ਕੌਤਕੀ ਅਕਹਿ ਆਤਮ ਸੁਖ ਸੁਤੇ ਹੀ ਆਏ ਬਣੇ ਹਨ। ਜਦੋਂ ਦਾ ਇਹ ਆਨੰਦ ਬਿਨੋਦੀ ਹੁਲਾਸ ਆਤਮ ਵਿਗਾਸ ਖਿੜਿਆ ਹੈ, ਤਦੋਂ ਤੋਂ ਹਰ ਕੀਰਤਨ ਕਰਨ ਦੀ ਸੱਚੀ ਕਾਰ ਇੱਕ ਨਿਜ ਦਾ ਸੁਭਾਵਕ ਕਰਮ ਹੀ ਬਣ ਗਿਆ। ਕੀਰਤਨ ਕਰਮਕਾਰ ਦਾ ਐਸਾ ਸਹਿਜ ਸੁਭਾਅ ਨਿਜ ਮਨ ਮੰਨਿਆ ਉਪਾਅ ਹੀ ਹੋ ਗਿਆ ਹੈ, ਜਿਸ ਤੋਂ ਕਦੇ ਹਟ ਨਹੀਂ ਹੁੰਦਾ। ਹਰ ਕੀਰਤ ਕਰਮ ਸਭਨਾ ਕਰਮਾਂ ਤੋਂ ਇੱਕ ਉਤਕ੍ਰਿਸ਼ਟ ਪ੍ਰਬਲ ਕਰਮ ਆਏ ਭਤੀਜਿਆ ਪ੍ਰਤੀਤ ਹੋਇਆ ਹੈ। ਨਿਜ ਫਿਤਰਤੀ ਸੁਭਾਅ ਹੀ ਕੀਰਤਨ ਦਾ ਅਮਰੋਂ ਪਿਆ ਹੋਇਆ ਹੁੰਦਾ ਹੈ। ਨਿਜ ਦੀ ਕਾਰ ਹੀ ਹਰ ਕੀਰਤਨ ਕਰਮੀ ਹੋਏ ਆਈ ਹੈ, ਜਿਸ ਬਿਨਾਂ ਕਦੇ ਵੀ ਨਹੀਂ ਰਹਿ ਸਕੀਦਾ। ਹਰ ਕੀਰਤਨ ਗੁਰਮਤਿ ਦ੍ਰਿੜਾਇਆ ਹਰੇਕ ਗੁਰਮੁਖ ਦਾ ਆਪਣੇ ਨਿਜ ਦਾ ਕੰਮ ਹੈ, ਜਿਸ ਬਿਨਾਂ ਕਦੇ ਵੀ ਨਹੀਂ ਰਹਿ ਸਕੀਦਾ। ਅਤੇ ਹੋਰ ਕਰਮ ਇਸ ਚੋਜ ਬਿਨੋਦੀ ਕਰਮ ਦੇ ਸਾਹਮਣੇ ਸਭੇ ਹੇਛ ਹਨ, ਸਹਿਜ ਸਮੇਚ ਹਨ। ਸਾਰੇ ਯੋਗ ਤਪ ਗਿਆਨ ਆਦਿਕ ਇਸੇ ਵਿੱਚ ਹੀ ਆ ਜਾਂਦੇ ਹਨ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਮਤ ਗੁਰਮਤਿ ਕੀਰਤ ਪਾਈਐ, ਹਰ ਨਾਮਾ ਹਰ ਉਰਹਾਰ। ਕਾਨੜੇ ਕੀ ਵਾਰ ਮਹੱਲਾ ਚੌਥਾ। ਭਾਵ ਅਰਥ ਨਾਮ ਗੁਰਬਾਣੀ ਮਈ ਹਰ ਕੀਰਤਨ ਸਭ ਕਰਮਾਂ ਤੋਂ ਉੱਤਮ ਸਰਬੋਤਮ ਕਰਮ ਹੈ। ਕਲਯੁਗ ਅੰਦਰ ਸਾਰ ਕਰਨੀ ਹੈ ਤਾਂ ਇਹੀ ਹਰ ਕੀਰਤਨ ਹੈ, ਪਰੰਤੂ ਇਹ ਹਰ ਕੀਰਤਨ ਪ੍ਰਾਪਤ ਹੁੰਦਾ ਹੈ ਤਾਂ ਗੁਰਮਤਿ ਮਤ ਧਾਰਨ ਕੀਤਿਆਂ ਹੁੰਦਾ ਹੈ। ਗੁਰਮਤਿ ਹਰ ਕੀਰਤਨ ਨੂੰ ਕਰਨ ਹਾਰੇ ਗੁਰਮੁਖ ਜਨ ਕੀਰਤਨ ਦੇ ਨਾਲੋਂ ਨਾਲ ਨਾਮ ਅਭਿਆਸ ਵੀ ਜਾਰੀ ਰੱਖਦੇ ਹਨ, ਕਿਉਂਕਿ ਗੁਰਮਤਿ ਧਾਰਨ ਕਰਨ ਸਮੇਂ ਅੰਮ੍ਰਿਤ ਛਕਣ ਸਾਰ ਜੋ ਤਤ ਗੁੜਤੀ ਮਿਲਦੀ ਹੈ ਤਾਂ ਗੁਰਮਤਿ ਨਾਮ ਗੁਰਮੰਤਰ ਦੀ ਮਿਲਦੀ ਹੈ। ਗੁਰਮਤਿ ਨਾਮ ਦੇ ਰਸੀਏ ਗੁਰਮੁਖ ਜਨ ਹਰ ਕੀਰਤਨ ਕਰ ਕਰ ਇਸ ਹਰ ਨਾਮ ਰਹੱਸ ਨੂੰ ਹੋਰ ਆਰੂੜ ਕਰਦੇ ਹਨ। ਹਤਾ ਕਿ ਨਾਮ ਹੀਰਾ ਰਤਨ ਜੋਤ ਜਲਵੰਨਾ ਰਤਨ ਹੋ ਕੇ ਅਭਿਆਸੀ ਜਨਾਂ ਦੇ ਗਲ ਦਾ ਹਾਰ ਬਣ ਜਾਂਦਾ ਹੈ, ਜੋ ਸਦਾ ਹੀ ਕੰਠ ਅੰਦਰ ਜਗਮਗਾਉਂਦਾ ਰਹਿੰਦਾ ਹੈ। ਜਿਉਂ-ਜਿਉਂ ਕੀਰਤਨ ਕਰੇ ਸੁਣੇ ਤਿਉਂ-ਤਿਉਂ ਹੋਰ ਜਗਮਗਾਉਂਦਾ ਹੈ। ਇਸ ਜਗਮਗੀ ਕੰਠ ਵਿਗਸਨੀ ਨਾਮ ਵਿੱਚ ਜੋਤ ਸਹੰਮੀ ਸੀਤਲਤਾ ਭਰੀ ਅਚਰਜ ਮਿਠਾਸ ਹੁੰਦੀ ਹੈ, ਜੋ ਮੁੱਖੋਂ ਵਰਣਨ ਨਹੀਂ ਕੀਤੀ ਜਾਂਦੀ। ਇਸ ਜੋਤ ਠਰੰਮੀ ਮਿਠਾਸ ਹੁਲਾਸ ਦਾ ਬਿਸਮਾਦ ਰਸ ਸੋਈ ਜਾਣਦੇ ਹਨ, ਜਿਨ੍ਹਾਂ ਮਾਣਿਆ ਹੈ। ਹਰ ਕੀਰਤ ਮਨ ਭਾਈ
परम गत पाई हर मन तन मीठ लगान जियो हर हर रस पाया गुरमत हर ध्याया धुर मस्तक भाग पुराण जियो धुर मस्तक भाग हर नाम सुहाग हर नामै हर गुण गाया मस्तक मणि प्रीत बहु प्रगटी हर नामै हर सुहाया ज्योति जोत मिली प्रभ पाया मिल सतगुर मनुआ मान जियो हर कीरत मन पाई परम गत पाई हर मन तन मीठ लगान जियो हर हर जस गाया परम पद पाया ते उत्तम जन प्रधान जियो तिन हम चरण सरेवैं खिन खिन पग धोवैं जिन हर मीठ लगान जियो हर मीठा लाया परम सुख पाया मुख भागा रत्ती चारे गुरमत हर गाया हर हार उर पाया हर नामा कंठ तारे सब एक दृष्ट समत कर देखै सब आत्म राम पछान जियो हर हर जस गाया परम पद पाया ते उत्तम जन प्रधान जियो। आसा महला चौथा। व्याख्या। जिन्हां गुरु वरोसाए गुरु नदराए गुरमुख जनां दे मनां अंदर वाहिगुरू दी हर कीरत रूपी करनी ही पाई है उन्हां दी आमदन कीर्तन करदियां ही विहाई है। अजिहे कीर्तन रसियड़े गुरमुख जनां ने ही परम पदवी पाई है तिन्हां दी परम गति होई है। तिन्हां नूं ही सचमुच वाहिगुरू दा नाम मन बचन कर्म करके मीठा लग्या है। उन्हां दे मन विच भी अते तन विच भी एक अगम्मी अकै अमृत रस दी मिठास भर गई है। जिन्हां ने अजिही बिसम हुलासी मिठास वाला रस पाया है तिन्हां ने यह हर रस पा के होर तो होर बिसम रंगां विच गुरमत नाम नूं ध्याया है। तिन्हां दे अत पुराणे भाग लेख मस्तक ते लिखियां दा ਇਹ अंकुर सफुट हो के ਜ਼ਹੂਰ ਵਿੱਚ ਆਇਆ ਹੈ जिन्हां उत्ते उपर दसी नाम ਧਿਆਵਣ ਦੇ प्रेम रंगां वाली बरकत नाजल होई है। प्रेम रंगां विच नाम ਧਿਆਵਣ ਦੀ अमरी नेमत जिन्हां नूं नसीब होई है ਧੁਰ मस्तक लिखे भाग उदे होण करके प्रेम रंगी नाम दा गहना पहनना ਅਤੇ नाम गहनगति परमार्थी सुहाग प्राप्त होया। इस नवल नवेमे नाम रंगीले सुहाग भाग दे प्रेम रंगां विच रत के ਅਤੇ अम्यो मखमूरी नाम विच ਨੂਰਤ हो के जो हर गुणां नूं गायन कीता हर कीर्तन नूं रस रसायण कीता ਤਾਂ हर गुण गावण हारे कीर्तनी गुरमुखां प्रेमियां प्रेम सुहागणियां दे मस्तक उत्ते जो ਨੂਰ मणि प्रगटी उसने प्रै प्रीतम दी सुहाग प्रीत नूं सुहागवंतियां दे ਨੂਰ मणिए मत्थे ते ही उजलाए दिता। सुहाग भाग रंग रतड़ियां गुरमुख जनियां गुजियां ना रहियां ए प्रीत ਨੂਰ कणी ऐसी उमड़ उमड़ के बहुती जोत तेजसी झलकार विच आशकार हुई कि उसकी चाल झल्ली ना गई देखण हारियां तो। परंतु चाल झल्लण हारे जरन जरियारे कीर्तनी जनां ने हाल मस्त होके होर भी प्रेम तरंगी जोरां विच पर हुशियार मस्ती विच बाड़ा बाड़ा कीर्तन कीता हरि गुणा प्रीतम प्यारे परमात्मा दे जस नूं गाविया। जिस हर गुण गावणियारे गुरमुख जनां दे अम्यो रसायणी मुखड़ियां दी शोभा देखी ही परवान है कथी नहीं जा सकदी। नाम दे जोत रंगी रसां दे रसिक वैरागी कीर्तनीए प्रेम अनुराग दे सुहाग विच रंग रत्ते ही सुनदे हन। कीर्तन रतियेश्वरां दी आत्म जोत वाहिगुरू दे परम आत्म जोत विच रल मिल के कुल मिल खिच हो गई। परंतु परमात्मा नूं पाउण दी प्रभु प्राप्ति दी ਇਹ ਇੱਕ ਅਨੂਠੀ ਵਿਵਸਥਾ ਹੈ। परंतु जोत रस मिल घुल खिचिए प्रेमी जन अजे भी प्रेमा भगती विच घायल रहिंदे हन। उन्हां नूं परमार्थ प्राप्ति वाली सूक्ष्म अहंगमती गल ख्याल मात्र भी सफुरन नहीं हुंदी। उन्हां दा मन तां सतगुरु दे हुक्मी बंदे प्रेम पलंदे बने रहण विच ही पतीजिया रहिंदा है। ਉਹ ਤਾਂ हरि कीर्तन दे परमपदी रस विच ही मैव ते मखमूर रहिंदे हन। तिन्हां नूं जो हर कीर्तन दी परम गति दा सदका वाहिगुरू दे नाम दी मिठास मन विच भी अते तन विच भी रोम रोम अंदर भरपुर लीनी है ਉਹ उन्हां दी सुरती नूं दूजे पासे हिलण ही नहीं दिंदी। भणत नानक बूझै को भी चारी इस जग मैं करनी सारी करनी कीरत होई जां आपे मिलिया सोई। सोरठ महला पहला। व्याख्या। गुरु नानक साहिब फरमाउंदे हन कि जो तत् सार करनी है इस जगत विखे सारे कर्मां विचों जो सब तो श्रेष्ठ करनी है कोई विरला गुरमुख जन ही बुझदा है। किसे विरले गुरमुख जन नूं ही इस सार करनी दी सूझ-बूझ आउंदी है। नहीं तां आम संसारी लोगां नूं समुच्चे तौर ते उक्का ही पता नहीं लगदा कि ਇਹ ਸਾਰ ਕਰਨੀ ਕਿਹੜੀ है।
ਅਗਲੀ ਤੁਕ ਵਿਖੇ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਇਹ ਸਾਰ ਕਰਨੀ ਕੀਰਤਨ ਸਿਫਤ ਸਲਾਹ ਰੂਪੀ ਹਰ ਜਸ ਹੀ ਹੈ, ਜੋ ਸਲਾਹੀ ਵਾਹਿਗੁਰੂ ਦੀ ਆਪਣੀ ਪਰਮ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਖਾਸ ਵਰੂ ਸਾਏ ਗੁਰਮੁਖ ਜਨ ਨੂੰ ਹੀ ਮਿਲਦਾ ਹੈ। ਕਰਨੀ ਕੀਰਤ ਗੁਰਮਤ ਸਾਰ, ਸੰਤ ਸਭਾ ਗੁਣ ਗਿਆਨ ਵਿਚਾਰ, ਮਨ ਮਾਰੇ ਜੀਵਤ ਮਰ ਜਾਣ, ਨਾਨਕ ਨਦਰੀ ਨਦਰ ਪਛਾਣ। ਪ੍ਰਭਾਤੀ ਮਹਲਾ ਪਹਿਲਾ। ਭਾਵ ਅਰਥ, ਗੁਰਮਤ ਅਨੁਸਾਰ ਸਾਰੇ ਕਰਮਾਂ ਵਿੱਚੋਂ, ਸਾਰੀਆਂ ਕਰਨੀਆਂ ਵਿੱਚੋਂ ਸਾਰ ਸਭ ਤੋਂ ਸ੍ਰੇਸ਼ਟ ਕਰਨੀ ਕੇਵਲ ਕੀਰਤਨ ਹਰੀ ਜਸ ਦੀ ਹੈ। ਗੁਰੂ ਘਰ ਦੀ ਸੱਚੀ ਸਤਸੰਗਤ ਰੂਪੀ ਸਭਾ ਅੰਦਰ ਕਮਾਉਣ ਵਿਚਾਰਾਂ ਸਿਰ ਵਿਚਾਰ, ਗਿਆਨਾਂ ਸਿਰ ਗਿਆਨ, ਇਹੋ ਕੀਰਤਨ ਕਰਨੀ ਹੀ ਹੈ। ਇਸ ਕੀਰਤ ਕਰਨੀ ਦੇ ਕਮਾਉਣ ਕਰ ਹੀ ਕਮਾਉਣ ਹਾਰੇ ਦਾ ਮਨ ਮਰਦਾ ਹੈ, ਹੋਰ ਕਿਸੇ ਕਰਨੀ ਦੁਆਰਾ ਨਹੀਂ ਮਰਦਾ। ਜਿਸ ਨੇ ਕੀਰਤ ਕਰਨੀ ਦੀ ਕਮਾਈ ਕਰ ਕਰ ਮਨ ਨੂੰ ਮਾਰ ਲਿਆ, ਉਹ ਜੀਵਨ ਮੁਕਤ ਹੋ ਗਿਆ। ਨਦਰੀ ਨਦਰ ਨਿਹਾਲੀਏ ਵਾਹਿਗੁਰੂ ਦੀ ਖਾਸ ਨਦਰ ਜਿਸ ਜਨ ਉੱਤੇ ਹੋਵੇ, ਉਹੀ ਇਸ ਕਰਨੀ ਕੀਰਤ ਨੂੰ ਪਛਾਣਦਾ ਹੈ, ਹੋਰ ਕੋਈ ਨਹੀਂ ਜਾਣਦਾ। ਕਰਨੀ ਕਾਰ ਧੁਰੋਂ ਫੁਰਮਾਈ, ਬਿਨ ਸ਼ਬਦੈ ਕੋ ਥਾਏ ਨਾ ਪਾਈ, ਕਰਨੀ ਕੀਰਤ ਨਾਮ ਵਸਾਈ, ਆਪੇ ਦੇਵੈ ਢਿੱਲ ਨਾ ਪਾਈ। ਆਸਾ ਮਹਲਾ ਤੀਜਾ। ਭਾਵ ਕਰਨ ਯੋਗ ਸੱਚੀ ਕਰਨੀ ਵਾਲੀ ਜੋ ਕਾਰ ਹੈ, ਸੋ ਧੁਰੋਂ ਦਰਗਾਹੋਂ ਅਕਾਲ ਪੁਰਖ ਦੀ ਸੱਚੀ ਦਰਗਾਹ ਤੋਂ ਹੀ ਮਨਜ਼ੂਰ ਸ਼ੁਦਾ ਹੈ। ਇਹ ਧੁਰ ਅਕਾਲੀ ਹੁਕਮ ਦੁਆਰਾ ਫੈਸਲਾ ਹੈ ਕਿ ਗੁਰ ਸ਼ਬਦ ਦੀ ਸੱਚੀ ਅਭਿਆਸ ਕਮਾਈ ਕਰਨੀ ਬਿਨਾ ਹੋਰ ਕੋਈ ਥਾਂ ਨਹੀਂ ਪੈਂਦੀ, ਹਰ ਦਰਗਾਹ ਅੰਦਰ ਕਬੂਲ ਨਹੀਂ ਪੈਂਦੀ। ਨਾ ਹੀ ਗੁਰ ਸ਼ਬਦ ਦੀ ਅਭਿਆਸ ਕਮਾਈ ਰੂਪੀ ਕਰਨੀ ਕਰਨ ਹਾਰੇ ਬਿਨਾ ਕੋਈ ਹੋਰ ਕਰਮ ਕਾਂਡ ਦੇ ਕਰਨ ਹਾਰਾ ਥਾਂ ਪੈਂਦਾ ਹੈ, ਹਰ ਦਰਗਾਹ ਕਬੂਲ ਪੈਂਦਾ ਹੈ। ਬਸ ਸਭ ਤੋਂ ਸਾਰ ਸ੍ਰੇਸ਼ਟ ਕਰਨੀ ਹਰ ਕੀਰਤਨ ਹੀ ਹੈ। ਇਹ ਹਰੀ ਕੀਰਤਨ ਰੂਪੀ ਸੱਚੀ ਕਰਨੀ ਨਾਮ ਨੂੰ ਦ੍ਰਿੜਾਉਂਦੀ ਹੈ, ਮਨ ਵਿਖੇ ਵਸਾਉਂਦੀ ਧਸਾਉਂਦੀ ਹੈ। ਜਿਸ ਵਡਭਾਗੇ ਜਨ ਨੂੰ ਇਸ ਕਰਨੀ ਕੀਰਤ ਦੀ ਦਾਤ ਆਪ ਦਾ ਤਾਰ ਵਾਹਿਗੁਰੂ ਕਰਤਾਰ ਬਖਸ਼ੇ, ਤਿਸ ਨੂੰ ਬਖਸ਼ਿਸ਼ ਕਰਦਿਆਂ ਕਰਨੀ ਕੀਰਤ ਦੀ ਦਾਤ ਦਿੰਦਿਆਂ ਢਿੱਲ ਨਹੀਂ ਲਾਉਂਦਾ। ਤਾਂ ਤੇ ਗੁਰਮਤ ਅਨੁਸਾਰ ਕਰਮਨ ਸਿਰ ਕਰਮ ਅਤੇ ਕਰਨੀਆਂ ਸਿਰ ਕਰਨੀ, ਇਹੀ ਮੁੱਖ ਸ੍ਰੇਸ਼ਟ ਹਰ ਕੀਰਤਨ ਹੀ ਹੈ। ਹੋਰ ਆਨਮਤ ਕਰਨੀ ਤਿਸ ਦੇ ਲਵੇ ਨਹੀਂ ਲੱਗ ਸਕਦੀ। ਇਸ ਲਈ ਸਾਰ ਕਰਨੀ ਨੂੰ ਛੱਡ ਕੇ ਹੋਰ ਕਰਨੀ ਵਿੱਚ ਪ੍ਰਵਿਰਤ ਹੋਣਾ ਉਚਿਤ ਨਹੀਂ।